ਗੁਰਦਾਸਪੁਰ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਵੱਲੋਂ 29 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਗਈ ਹੈ ਅਤੇ ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਖਾਤਾ ਤੱਕ ਨਹੀਂ ਖੁੱਲਿਆ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਹੇਰਾਫੇਰੀ ਕਰਨ ਦੇ ਅਤੇ ਮਸ਼ੀਨਾਂ ਨਾਲ ਛੇੜਛਾੜ ਕਰਨ ਦੇ ਆਰੋਪ ਲਗਾਏ ਹਨ। ਇਸ ਮੌਕੇ ਉਹਨਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਜਿਸ ਲਈ ਉਹ ਜਲਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲ ਕੇ ਮੰਗ ਪੱਤਰ ਸੌਂਪਣਗੇ। ਗੱਲ ਦਾ ਖਰਚਾ ਸੀ ਜੋ ਤੁਹਾਡੇ ਨਾਲ ਪਰਸੋਂ ਅਸੀਂ ਗਿਣਤੀ ਤੋਂ ਪਹਿਲਾਂ ਤੁਹਾਡਾ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿਹੜੇ ਬਾਹਰੋਂ ਲੋਕ ਆਏ ਵੋਟਾਂ ਪਾ ਕੇ ਗਏ ਔਰ ਜਿਹੜੇ ਸਰਕਾਰੀ ਮੁਲਾਜ਼ਮਾਂ ਦੀਆਂ ਇਹ ਡਿਊਟੀਆਂ ਕੱਟਣ ਲਈ ਕਿਹਾ ਉਹ ਕੱਟੀਆਂ ਨਹੀਂ ਗਈਆਂ, ਉਹਨਾਂ 'ਤੇ ਐਕਸ਼ਨ ਹੋਣਾ ਚਾਹੀਦਾ। ਉਹ ਸਾਰੀ ਗੱਲ ਜਿਹੜੀ ਆ ਤੇ ਨਾਲ ਹੋਰ ਗੱਲਾਂ ਜੁੜ ਕੇ ਬਾਹਰ ਆਈਆਂ ਨੇ ਤੇ ਜਿਹੜਾ ਕਾਂਗਰਸ ਵਾਲਾ MLA ਇਹ ਗੱਲ ਕਹਿ ਰਿਹਾ ਕਿ ਹੁੰਝਾ ਫਿਰ ਜਿੱਤ ਹੋਈ ਆ ਤੇ 29 ਦੇ 29 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਮਿਲੀਆਂ ਨੇ। ਉਹ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਵੀ ਕਿਸ ਤਰ੍ਹਾਂ ਹਨੇਰਗਰਦੀ ਹੋਈ ਆ ਤੇ ਕਿਸ ਤਰ੍ਹਾਂ ਗੁੰਡਾਗਰਦੀ ਹੋਈ ਆ ਤੇ ਕਿਸ ਤਰ੍ਹਾਂ ਪੱਖਬੰਦੀ ਕੀਤੀ ਗਈ ਆ, ਉਹ ਕੁਝ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਖਿੱਚ ਦਿੱਤੀ ਗਈ ਆ। ਸਭ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਦਾ ਇਹ ਇਤਰਾਜ਼ ਆ ਕਿ ਜਦੋਂ ਮਸ਼ੀਨਾਂ ਸੀਲ ਹੋਈਆਂ ਵੋਟਿੰਗ ਤੋਂ ਬਾਅਦ ਤੇ ਸਾਰਿਆਂ ਦੇ ਉੱਤੇ ਸੀਲ ਦੇ ਉਸ ਵੇਲੇ ਜਿਹੜੀ ਸੀ ਨਾ ਸੈਲੋ ਟੇਪ ਲੱਗੀ ਸੀ ਤੇ ਜਦੋਂ ਮਸ਼ੀਨਾਂ ਖੁੱਲ੍ਹ ਕੇ ਆਈਆਂ ਉਹ ਸੈਲੋ ਟੇਪ ਕਿਸੇ ਦੇ ਨਹੀਂ ਤੇ ਮਾੜਾ ਮੋਟਾ ਜਿਹੜਾ ਉਹ ਕਾਗਜ਼ ਲੱਗਾ ਸੀ। ਸਭ ਤੋਂ ਵੱਡਾ ਕਸੂਰ ਜਿਹੜਾ ਆ ਉਹ RO ਜਿਹੜਾ ਨਿਰਮਲ ਸਿੰਘ ਲੱਗਾ। ਜੇ ਅਸੀਂ ਕਹੀਏ ਕਿ ਹੋਰ ਵੱਡੇ ਅਫਸਰ ਦੀ ਗੱਲ ਆ, ਉਹ ਕਿਸੇ ਦੀ ਗੱਲ ਨਹੀਂ। ਪਹਿਲਾਂ ਕਾਗਜ਼ ਕਟਾਉਣ ਦਾ ਯਤਨ ਕੀਤਾ ਗਿਆ, ਉਹ ਕਾਗਜ਼ ਬਹੁਤੇ ਕੱਟੇ ਨਹੀਂ ਗਏ। ਫਿਰ ਜਾਲੀ ਵੋਟਾਂ ਪਾਉਣ ਦਾ ਕੀਤਾ ਗਿਆ, ਫਿਰ ਉਹ ਨਹੀਂ ਹੋਇਆ। ਫਿਰ ਪੁਲਿਸ ਦੀ ਮਦਦ ਲਈ ਗਈ, ਉਹ ਵੀ ਨਹੀਂ ਹੋਇਆ। ਫਿਰ ਅਖੀਰ 'ਤੇ ਇਹਨਾਂ ਨੇ ਮਸ਼ੀਨਾਂ ਦੀਆਂ ਸੀਲਾਂ ਤੋੜ ਕੇ ਤੇ ਉੱਥੇ ਹੇਰਾਫੇਰੀ ਕੀਤੀ, ਜਿਹਦੇ 'ਚ ਸਭ ਤੋਂ ਵੱਧ ਜਿਹੜਾ ਕਸੂਰ ਆ ਉਹ ਨਿਰਮਲ ਸਿੰਘ SDO PWD ਦਾ ਵਾ। ਉਹਨੇ ਤੇ ਉਹਦੀ ਟੀਮ ਨੇ ਕੰਮ ਕੀਤਾ। ਉਹਦੀ ਬੈਕਗਰਾਊਂਡ ਇਹ ਆ ਕਿ ਜਦੋਂ ਸਾਡੀ ਸਰਕਾਰ ਸੀ ਉਹ ਬੋਰ ਫਾਈਲ ਕਾਲ ਵੱਲ ਲੱਗਾ ਸੀ ਤੇ ਰਿਕਾਰਡ ਨਹੀਂ ਗਾ ਐਡਾ ਵਧੀਆ, ਵੇਖ ਲਿਓ। ਉਹਨੂੰ ਇਹਨੇ MLA ਨੇ ਲਿਆਂਦਾ ਇੱਥੇ। ਫਿਰ ਉਸ ਤੋਂ ਬਾਅਦ ਇੱਕ ਉਹ ਪੈਸਿਆਂ ਦੇ ਲੈਣ ਦੇਣ ਵਿੱਚ ਠੇਕੇ 'ਤੇ ਇੱਕ ਵੀਡੀਓਗ੍ਰਾਫੀ ਦੇ ਵਿੱਚ ਆਇਆ ਜਿਹ 'ਚ ਹੋਰ ਅਫਸਰ ਫਸੇ ਅਤੇ ਇਹਨੂੰ ਮੰਤਰੀ ਦੀ ਬਦਨਾਮੀ ਹੋਣ ਲੱਗੀ। ਉਹ 'ਚ ਕਿਹਾ ਗਿਆ ਵੀ ਮੰਤਰੀ ਨੂੰ ਮਹੀਨਾ ਦੇਣਾ, ਉਹਨੇ ਇਹਨੂੰ ਆਪਣੇ ਦਫ਼ਤਰ ਲਾ ਦਿੱਤਾ। ਦਫ਼ਤਰੋਂ ਫਿਰ ਪ੍ਰੈਸ਼ਰ ਦੇ ਨਾਲ ਮੰਤਰੀ ਨੂੰ ਕਹਿ ਕੇ ਇਹਨੇ MLA ਨੇ ਹੋਰ ਸਿਫਾਰਿਸ਼ਾਂ ਪਾ ਕੇ ਫਿਰ ਇੱਥੇ ਲਿਆਂਦਾ ਅਤੇ ਇਸ ਕਰਕੇ ਉਹਦੇ ਨਾਲ ਇਹਨਾਂ ਲਵਾਇਆ ਉਹਨੂੰ ਕਿ ਉਹਨੂੰ ਲਵਾਇਆ ਅਤੇ ਉਹਨਾਂ ਕਮਿਟਮੈਂਟ ਵੀ ਤੂੰ ਸਾਡੀ ਮਦਦ ਕਰੇਗਾ ਔਰ ਉਹਨੇ ਕਰਕੇ ਦੱਸਤੀ। ਕਾਗਜ਼ ਤਾਂ ਨਹੀਂ ਕੱਟੇ ਗਏ ਵੀ ਡਿਪਟੀ ਕਮਿਸ਼ਨ ਨੇ ਇਹ ਗੱਲ ਕਹਿ ਦਿੱਤੀ ਵੀ ਜਿਹੜਾ ਕੰਮ ਕੋਈ ਗਲਤ ਕਰੇਗਾ ਆਪਣੇ ਸਿਰ 'ਤੇ ਕਰਿਓ। ਉਹ 2 ਹੀ ਕੱਟ ਸਕਿਆ, ਹੋਰ ਨਹੀਂ ਕੱਟ ਸਕਿਆ। ਅਤੇ ਫਿਰ ਇਹ 3 ਦਿਨ ਮਸ਼ੀਨਾਂ ਜਦੋਂ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਆ ਉਹ 'ਚ ਮੈਂ ਇਹ ਗੱਲ ਕਹੀ ਸੀ ਵੀ 3 ਦਿਨ ਮਸ਼ੀਨਾਂ ਰੱਖਣ ਦਾ ਕਾਰਨ ਇਹੋ ਹੀ ਆ ਕਿ ਸਾਨੂੰ ਖਦਸ਼ਾ ਵੀ ਕੋਈ ਹੇਰਾਫੇਰੀ ਹੋਏਗੀ। ਸਾਡੀ ਗਲਤੀ ਅਸੀਂ ਮੰਨਦੇ ਹਾਂ ਵੀ ਅਸੀਂ ਮਸ਼ੀਨਾਂ ਦੇ ਬਾਹਰ ਆਪਣੇ ਬੰਦੇ ਨਹੀਂ ਲਾਏ ਜਿਹੜੇ ਰਾਤ ਸੌਣ ਪਹਿਰਾ ਦੇਣ। ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਆਪ ਵਾਲੇ ਉੱਥੇ ਸੁੱਤੇ ਨੇ ਅਤੇ ਮੈਂ ਚਲੋ ਸਾਰਿਆਂ ਨੇ ਕੀ ਕਰਨਾ। ਉਹ 4 ਕੁ ਸਿਪਾਹੀ 5 ਜਿਹੜੇ ਸੀ ਪੰਜਾਬ ਪੁਲਿਸ ਦੇ ਲੱਗੇ ਰਹੇ ਅਤੇ ਉਹ ਜਿਹੜਾ ਇਹਨਾਂ ਮਸ਼ੀਨਾਂ ਦੀਆਂ ਸਾਰੀਆਂ ਸੀਲਾਂ ਤੋੜੀਆਂ ਨੇ। ਅਤੇ ਵੇਖੋ ਗੱਲ ਇਹ ਆ ਵੀ ਸ਼ਿਕਾਇਤ ਕਿਹਨੂੰ ਕਰਨੀ ਆ? SHO ਸਿਟੀ ਜਦੋਂ SSP ਨੂੰ ਕਹੀ ਦਿਆ ਅਤੇ SSP ਸਾਹਿਬ ਕਹਿੰਦੇ ਨੇ ਵੀ SHO ਸਿਟੀ ਨੂੰ ਕਹਿ ਦਿੱਤਾ ਉਹ ਬੂਥਾਂ 'ਤੇ ਜਾਏਗਾ ਅਤੇ SHO ਸਿਟੀ ਦੇ ਬੰਦੇ ਕਿੱਦਾਂ ਬਾਹਰ ਦੇ ਫੜਨੇ ਇੰਤਜ਼ਾਮ ਕਰਨ ਨੇ। ਆਹ ਕੱਲ੍ਹ ਜਦੋਂ ਜਿੱਤ ਕੇ ਨਿਕਲੇ ਨੇ ਅਤੇ ਇਹ SHO ਸਿਟੀ ਜਬਰਜੀਤ ਸਰਕਾਰੀ ਗੱਡੀ ਆ ਪੁਲਿਸ ਦੀ ਅਤੇ ਉਹਦੇ ਵਿੱਚ ਮਤਲਬ ਸਿਵਲ ਦੇ ਬੰਦੇ ਇਹਦੇ ਜਿਹੜੇ ਬੰਦੇ ਨੇ MLA ਦੇ ਨਾਅਰੇ ਮਾਰਨ ਵਾਲੇ ਜਿਹੜੇ ਨਾਂ ਰੱਖੇ ਨੇ ਉਹ ਤਾਂ ਸਰਕਾਰੀ ਗੱਡੀ ਚੜ੍ਹੇ ਨੇ ਜਬਰਜੀਤ ਸਿੰਘ ਦੇ ਨਾਲ। ਅਤੇ SSP ਨੂੰ ਕਹੀਏ ਅਤੇ ਉਹ ਆਉਂਦੇ ਜੀ ਸਿਟੀ SHO ਨੂੰ ਕਹਿ ਦਿੱਤਾ ਬੰਦੇ ਤੁਹਾਡੇ ਜਿਹੜੇ ਬਾਹਰੋਂ ਵੋਟਾਂ ਪਾਉਂਦੇ ਨੇ ਫੜ ਲਏਗਾ। ਅਤੇ ਸਿਟੀ ਜਿਹੜਾ DSP ਆ
ਉਹ ਵੀ ਇੱਥੇ ਇੱਦਾਂ ਹੀ ਕਰਦਾ। ਉਹ ਸਾਨੂੰ ਤੁਸੀਂ ਵੇਖਿਆ ਵੀ ਦਫ਼ਤਰ 'ਚੋਂ ਆਣ ਕੇ ਕਹਿੰਦਾ ਸੀ ਤੁਸੀਂ ਦਫ਼ਤਰ 'ਚੋਂ ਚੱਲ ਜਾਓ, ਜਿੱਥੇ ਅਸੀਂ ਹੁਣ ਪ੍ਰੈਸ ਕਾਨਫਰੰਸ ਕਰਨ ਰਹੇ ਹਾਂ, ਅਤੇ ਇਨਸਾਫ ਕਿੱਥੋਂ ਲੈਣਾ ਸੀ। ਦੂਜੀ ਗੱਲ ਇਹ ਬੜੀ ਵੱਡੀ ਆ ਕਿ ਜਦੋਂ ਸਰਕਾਰ ਦੇ ਵਿਰੋਧੀ ਹੋਈਏ ਅਤੇ ਲੋਕ ਜਦੋਂ ਸਾਡੀਆਂ ਮੀਟਿੰਗਾਂ 'ਚ ਆ ਗਏ ਅਤੇ 500 1000 ਬੰਦਾ ਮੀਟਿੰਗਾਂ 'ਚ ਆ ਰਿਹਾ, ਸਾਡੀ ਕਿਹੜੀ ਸਰਕਾਰ ਆ ਵੀ ਜਿਹੜੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਵੀ ਕੋਈ ਕਿਸੇ ਨੇ ਕੰਮ ਲੈਣੇ ਨੇ, ਅਤੇ ਜਦੋਂ ਇਹ ਬੰਦੇ ਮੀਟਿੰਗਾਂ 'ਚ ਆਣ ਕੇ ਬੁਰੇ ਹੀ ਬਣ ਗਏ ਅਤੇ ਵੋਟਾਂ ਨਿਕਲਣ ਡਈਆਂ ਨੇ ਉੱਥੋਂ ਸਾਡੀਆਂ 49 500 ਬੰਦੇ ਦੀ 1500 ਬਣ ਗਈ, 1000 ਬਣ ਜਾਏਗੀ, 700 ਬਣ ਜਾਏਗੀ, 800 ਬਣ ਜਾਏਗੀ। ਇਸ ਬੂਥ ਦੇ ਵਿੱਚ 45 ਵੋਟਾਂ ਸਾਡੀਆਂ ਨਿਕਲਣ ਡਈਆਂ ਨੇ। ਅਤੇ ਹੁਣ ਕਿੱਥੇ ਚੱਲ ਗਈ ਸਰਕਾਰ ਦੀ ਇੰਟੈਲੀਜੈਂਸੀ? ਜਿਹੜੇ ਆਂਦੇ ਸੀ 10 ਤੋਂ 12 ਸੀਟਾਂ ਆਉਣੀਆਂ, ਅਤੇ ਮੈਂ ਆਂਦਾ ਸੀ ਨਹੀਂ ਮੈਜੋਰਟੀ ਆਉਣੀ ਆ। ਸਾਡੇ ਬੰਦਿਆਂ ਸਾਰਿਆਂ ਨੇ ਮੋਬਾਈਲ ਰੱਖ ਲਏ ਬਾਹਰ। ਇਹ ਪਾੜੇ ਦੇ ਪਰਿਵਾਰ ਦੇ ਜਿਹੜੇ 2-3 ਮੈਂਬਰ ਸੀ, 1-2 ਕੈਂਡੀਡੇਟ ਸੀ ਨਾਲ, ਉਹਦੇ ਦੂਜਿਆਂ ਕੈਂਡੀਡੇਟਾਂ ਕੋਲ ਉਹਦੇ ਬਣ ਗਏ ਪੋਲਿੰਗ ਏਜੰਟ, ਅਤੇ ਉਹ ਸਾਰੇ ਮੋਬਾਈਲ ਉਹਨਾਂ ਕੋਲ, ਅਤੇ ਸਾਡੇ ਮੋਬਾਈਲ ਕਿਸੇ ਬੰਦੇ ਦਾ ਨਹੀਂ ਜਾਣਦਾ, ਅਤੇ ਉਹਦੀ ਫੋਟੋ ਲੈ ਕੇ ਅਤੇ ਹੋਰ ਪ੍ਰੂਫ ਬਣ ਜਾਣੇ ਸੀ। ਅਤੇ ਸੀਲਾਂ ਦੇ ਜਿਹੜੇ ਸਾਡੇ ਮਤਲਬ ਰੰਗ ਨੇ, ਉਹ ਜਿਹੜਾ ਧਾਗਾ ਆ, ਇਹਨਾਂ ਨੇ ਫੋਟੋ ਲਈਆਂ। ਇੱਕ ਬੜਾ ਵਧੀਆ ਕੰਮ ਇਹਨਾਂ ਕੀਤਾ ਵੀ ਜਿਹੜੀਆਂ ਜਦੋਂ ਮਸ਼ੀਨਾਂ ਗਈਆਂ ਨੇ ਉਦੋਂ ਕਈਆਂ ਨੇ ਫੋਟੋ ਲਾ ਲਈਆਂ। ਜੇ ਫੋਟੋ ਲੈ ਲਈਆਂ ਉਦੋਂ ਜਿਹੜਾ ਇਹ ਜਿਹੜਾ ਰੰਗ ਸੀਗਾ ਇਹ ਵਾਈਟ ਸੀ, ਗ੍ਰੀਨ। ਅਤੇ ਜਦੋਂ ਉੱਥੇ ਆਇਆ ਇਹਦੇ ਕੈਂਡੀਡੇਟ ਦੀ ਇਹ ਹੈਗਾ ਵਾਰਡ ਨੰਬਰ 24, ਉੱਥੇ ਰੰਗ ਬਦਲਿਆ ਗਿਆ। ਫਿਰ ਆਹ 27 ਨੰਬਰ ਵਾਰਡ ਆ, ਜਿਹੜੀ ਇਹਨਾਂ ਨੇ ਨੰਬਰ ਆ ਇਹ 33270 ਆ। ਇਹਨਾਂ ਫੋਟੋ ਖਿੱਚੀ 33270, ਅਤੇ ਜਦੋਂ ਮਸ਼ੀਨ ਆਈ ਉੱਥੇ ਨੰਬਰ ਹੈ ਨਹੀਂ। ਕਮਲਾ ਉੱਠੀ ਜਰਾ, ਕਮਲਾ ਦੇਵੀ, ਇਹ 27 ਨੰਬਰ ਵਾਰਡ ਆ, ਅਤੇ ਇਹਨੇ ਕਿਹਾ ਵੀ ਇਹ ਨੰਬਰ ਹੈ ਨਹੀਂ, ਅਤੇ ਇਹ ਉੱਥੇ ਦੀ ਕਿਸੇ ਗੱਲ ਨਹੀਂ ਸੁਣੀ, ਅਤੇ ਖੋਲੋ ਕੋਈ ਗੱਲ ਨਹੀਂ। ਮਤਲਬ ਇੱਕ ਸਬੂਤ ਨਹੀਂ ਗਾ। ਇਸੇ ਤਰ੍ਹਾਂ 24 ਨੰਬਰ ਵਾਰਡ ਨਰਿੰਦਰ ਕੁਮਾਰ, ਉਹਦਾ ਆਹ ਨੰਬਰ ਆ 2790। ਜਦੋਂ ਉਹਦੀ ਮਸ਼ੀਨ ਆਈ ਇਹਨੇ ਕਿਹਾ 2790 ਹੈ ਨਹੀਂ, ਉਹ ਨੰਬਰ ਦੱਸੋ। ਫਿਰ ਕਿਸੇ ਨੇ ਗੱਲ ਨਹੀਂ ਸੁਣੀ, ਕਹਿੰਦੇ ਚਲੋ ਅੱਗੇ ਚਲੋ, ਕਿਉਂਕਿ ਉਹ ਪਰਿਵਾਰ ਦੇ ਮੈਂਬਰ ਹੀ ਸਾਰੇ ਗਏ, ਅਤੇ ਸਾਈਨ ਪਹਿਲਾਂ ਕਰਾ ਲਏ, ਅਤੇ ਪਰਿਵਾਰ ਦੇ ਮੈਂਬਰ ਵੱਧ ਸੀ, ਉਹ ਫਿਰ ਅਫਸਰਾਂ 'ਤੇ ਦਵਾ ਸੀਗਾ। ਫਿਰ ਉੱਥੇ ਅੰਦਰ ਇੱਕ ਬੰਦੇ ਕੋਲ ਕੈਮਰਾ ਸੀ ਜਿਹੜਾ ਵੀਡੀਓਗ੍ਰਾਫੀ ਬਣਾਉਂਦਾ ਸੀ, ਅਤੇ ਜਦੋਂ ਨੰਬਰ ਸਾਡੇ ਬੰਦੇ ਰਵਾ ਪਾਉਂਦੇ ਸੀ, ਅਤੇ ਉਹ ਕੈਮਰਾ ਉਹ ਮਸ਼ੀਨ ਵੱਲ ਨੂੰ ਮਾਰਦਾ ਹੀ ਨਹੀਂ ਵੀ ਆਹ ਸੀਲ ਟੁੱਟੀ ਆ, ਆਹ ਰੰਗ ਬਦਲਿਆ, ਇਹ ਨੰਬਰ ਹੈ ਨਹੀਂ, ਇਹ ਫਿਰ ਕਰਦਾ ਹੀ ਨਹੀਂ ਉੱਧਰ ਨੂੰ ਬੰਦਾ ਕੈਮਰਾ, ਕਿਉਂਕਿ ਉਹ ਸਰਕਾਰੀ ਸੀਗਾ। ਫਿਰ ਇੱਕ ਵੱਡੀ ਗੱਲ ਇਹ ਆ ਕਿ ਤੁਸੀਂ ਸਾਰੇ ਜਾਣਦੇ ਜੇ, ਇੱਕ ਮੈਂ ਕਿਰਾਏਦਾਰ ਪਰਿਵਾਰ ਜਿਹੜੇ ਨੇ ਜਿਹਨਾਂ ਦਾ ਘਰ ਹੈ ਨਹੀਂ, ਉਹ ਉਸ ਵਾਰਡ ਦੇ ਵਿੱਚ 400 ਪਲਾਟ ਵੰਡਿਆ, ਅਤੇ ਇਹ ਪਾੜਾ ਉਹਦੇ ਘਰ ਨਹੀਂ ਬਣਾਉਣ ਦਿੰਦਾ, ਲੈਂਟਰ ਨਹੀਂ ਪੈਣ ਦਿੰਦਾ। ਫਿਰ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਕ ਵਾਰੀ ਉਹ ਜ਼ਬਰ ਲਹਿਰ ਚਲਾਈ ਪਾਰਟੀ ਵੱਲੋਂ ਵੀ ਜਿੱਥੇ ਬਹੁਤੀ ਜ਼ਿਆਦਤੀ ਹੋ ਰਹੀ ਆ, ਪਰਚੇ ਹੋਏ ਨੇ, ਬੰਦੇ ਸੁਸਾਈਡ ਕਰ ਰਹੇ ਨੇ, ਅਤੇ ਜਾਂ ਕੋਈ ਗੱਲ ਆ, ਅਤੇ ਉੱਥੇ ਉਹ ਸਾਡੇ ਹਲਕੇ 'ਚ ਆਏ। ਔਰ ਪ੍ਰਧਾਨ ਜੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮੈਂ ਉਸ ਕਲੋਨੀ 'ਚ ਖੜਿਆ ਵੀ ਆਹ ਧੱਕਾ ਹੋਣ ਡਿਆ, ਅਤੇ ਉਹਦੀ 700 ਵੋਟ ਆ ਜਿਹਨਾਂ ਨੂੰ ਪਲਾਟ ਦਿੱਤੇ। ਅੱਜ ਉਹ ਪਲਾਟਾਂ ਦਾ ਮੁੱਲ ਘੱਟੋ ਘੱਟ ਬਹੁਤਾ ਨਹੀਂ ਅਤੇ 8-10 ਲੱਖ ਰੁਪਇਆ 4 ਮਰਲੇ ਦਾ, ਔਰ ਲਾਗੇ 8 ਕਿੱਲੇ ਗਰਾਊਂਡ ਆ ਜਿੱਥੇ ਲੋਕ ਸੈਰ ਕਰਦੇ ਨੇ। ਅਤੇ ਉੱਥੋਂ ਸਾਡੇ ਕੈਂਡੀਡੇਟ ਨੂੰ ਜਸਵੀਰ ਕੌਰ ਨੂੰ ਉੱਥੋਂ ਵਾਰਡ ਨੰਬਰ 21 61 ਵੋਟਾਂ ਪਈਆਂ ਨੇ। ਦੱਸੋ ਵੀ ਅੱਜ ਤੀਆਂ ਕਦੀ ਕਿਸੇ ਨੇ ਸ਼ਹਿਰ 'ਚ ਗਰੀਬ ਮਜ਼ਦੂਰਾਂ ਨੂੰ ਬੇਘਰਿਆਂ ਨੂੰ ਪਲਾਟ ਵੰਡੇ ਹੋਣ? ਕਦੀ ਨਹੀਂ ਵੰਡੇ ਗਏ। ਮੈਂ ਵੰਡੇ 400 ਪਲਾਟ, ਅਤੇ ਵੋਟਾਂ ਨੇ 615, ਅਤੇ ਸਾਡੇ ਜਸਵੀਰ ਕੌਰ ਨੂੰ ਵੋਟਾਂ ਮਿਲਣੀਆਂ ਨੇ 61। ਇਹ ਗੱਲ ਜਿਹੜੀ ਆ ਇਹ ਕਿਸੇ ਦੇ ਮੰਨਣ 'ਚ ਨਹੀਂ ਗੱਲ ਆਉਂਦੀ ਵੀ ਇੰਨੀ ਵੱਡੀ ਧਾਂਦਲੀ ਵੀ ਵੋਟਾਂ ਕਿੱਥੇ ਚੱਲ ਗਈਆਂ ਸਾਡੀਆਂ। ਐਡਾ ਵੱਡਾ ਦੇਸ਼ ਭਗਤ ਆ MLA ਵੀ ਜਿਹੜੇ ਕਾਂਗਰਸੀ ਕੈਂਡੀਡੇਟਾਂ ਦੀਆਂ ਵੋਟਾਂ, ਔਰ ਇੱਕ ਨੁੱਕਰ ਨਕਲ ਆ ਇੱਥੇ ਉਹ 1100 ਵੋਟ 'ਤੇ ਜਿੱਤਣ ਡਿਆ। ਉਹ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਦਿੰਦਾ, ਅਤੇ 2 ਉਹਨੇ ਕੋਠੀਆਂ ਲਈਆਂ ਨੇ ਡਾਲਾ ਫਾਰਮ 'ਚ, ਅਤੇ ਨਾ ਰਹਿੰਦਾ ਉਹਨਾਂ ਦੀ ਕਮੇਟੀ ਵੀ ਤੈਨੂੰ ਜਿਤਾਉਣਾ। 1100 ਵੋਟ 'ਤੇ ਜਿੱਤਿਆ। ਸਤਿ ਸ਼੍ਰੀ ਅਕਾਲ ਜੀ। ਮੈਂ ਪੱਤਰਕਾਰ ਭਾਈਚਾਰਾ ਸਾਰਿਆਂ ਨੂੰ ਆਪਣੇ ਵੱਲੋਂ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਿਸ ਪ੍ਰੈਸ ਕਾਨਫਰੰਸ ਦਾ ਲਈ ਵਚਨ ਸਾਡਾ ਲੈਣ ਲਈ ਇੱਥੇ ਪਹੁੰਚੇ ਹੋ,
ਤੁਸੀਂ ਦੇਖਿਆ ਕਿ ਪਿਛਲੇ ਦਿਨੀ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਪੱਖ ਦੇ ਵਿੱਚ ਲਹਿਰ ਸੀਗੀ ਔਰ ਉਸੇ ਲਹਿਰ ਦੇ ਨਾਲ ਰਲਦੇ ਮਿਲਦੇ ਜਿਹੜੇ ਰਿਜ਼ਲਟ ਵੀ ਦੇਖਣ ਨੂੰ ਮਿਲੇ ਤੁਹਾਨੂੰ। ਇਸ ਕਰਕੇ ਜਿਹੜੇ ਅੱਜ ਬੇਬੁਨਿਆਦ ਇਲਜ਼ਾਮ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ 'ਚ ਲਗਾਏ ਜਾ ਰਹੇ ਨੇ, ਜਿਨ੍ਹਾਂ 'ਚ ਕੋਈ ਸੱਚਾਈ ਨਹੀਂ ਹੈਗੀ ਔਰ ਸਿਰਫ ਤੇ ਸਿਰਫ ਆਪਣੀ ਨਮੋਸ਼ੀ ਤੋਂ ਬਚਣ ਵਾਸਤੇ ਝੂਠੇ ਜਿਹੜੇ ਬੇਬੁਨਿਆਦ ਆਰੋਪ ਜਿਹੜੇ ਇੱਧਰ ਉੱਧਰ ਦੇ ਮਾਰ ਰਹੇ ਨੇ। ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਉਹਦੇ ਵਿੱਚ। ਜਿਵੇਂ ਕਿ ਉਹਦੇ ਵਿੱਚ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਜਿਹੜੇ ਉਹ ਬੋਲ ਰਹੇ ਸੀਗੇ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉੱਥੇ ਮਸ਼ੀਨਾਂ ਦੀਆਂ ਸੀਲਾਂ ਜਿਹੜੀਆਂ ਟੁੱਟੀਆਂ ਪਾਈਆਂ ਗਈਆਂ। ਅਸੀਂ ਵੀ ਅੰਦਰ ਗਏ ਸੀਗੇ ਕਿਉਂਕਿ ਸਾਡੀ ਵੀ 2 ਨੰਬਰ ਵਾਰਡ ਸੀਗੀ, ਅਸੀਂ ਅੰਦਰ ਗਏ ਸੀਗੇ। ਉੱਥੇ ਕਿਸੇ ਵੀ ਮਸ਼ੀਨ ਦੇ ਉੱਪਰ ਕੋਈ ਵੀ ਪਹਿਲੇ ਰਾਊਂਡ ਦੇ ਵਿੱਚ 5-6 ਨੰਬਰ ਵਾਰਡ ਤੱਕ ਸਾਰੇ ਕੈਂਡੀਡੇਟ ਅੰਦਰ ਸੀਗੇ, ਸਾਰੀਆਂ ਪਾਰਟੀਆਂ ਦੇ। ਇੱਕ ਵੀ ਉੱਥੇ ਸੀਲ ਟੁੱਟੀ ਨਹੀਂ ਪਾਈ ਗਈ, ਸਾਰੇ ਕੈਂਡੀਡੇਟ ਇਹਨਾਂ ਦੇ ਅੰਦਰ ਸੀਗੇ। ਉਦੋਂ ਕਿਸੇ ਕੈਂਡੀਡੇਟ ਨੇ ਸ਼ਿਕਾਇਤ ਨਹੀਂ ਕੀਤੀ। ਇਸੇ ਤਰ੍ਹਾਂ ਹਰ ਰਾਊਂਡ ਵਾਈਜ਼ ਮੈਕਸਿਮਮ 5 ਮਿੰਟ ਦਾ ਟਾਈਮ ਲੱਗਦਾ ਰਿਹਾ ਅੰਦਰ ਜਾਂਦਿਆਂ। ਉਹ ਸਾਰੇ ਆਏ ਆ, ਉੱਥੇ ਸਾਰੇ ਪੱਤਰਕਾਰ ਭਾਈਚਾਰਾ ਉੱਥੇ ਮੌਜੂਦ ਸੀਗਾ ਜਦੋਂ ਕੈਂਡੀਡੇਟ ਬਾਹਰ ਨਿਕਲਦੇ ਸੀਗੇ। ਜਿੰਨੀਆਂ ਵੀ ਇਹ ਵਾਰਡਾਂ ਦੱਸ ਰਹੇ ਨੇ ਸੀਲਾਂ ਟੁੱਟੀਆਂ ਸੀਗੀਆਂ, ਉਸ ਟਾਈਮ ਬਾਹਰ ਆ ਕੇ ਇੱਕ ਵੀ ਇਹਨਾਂ ਦੇ ਕੈਂਡੀਡੇਟ ਨੇ ਇਹ ਇਲਜ਼ਾਮ ਨਹੀਂ ਸੀ ਲਗਾਇਆ ਉੱਥੇ ਕੋਈ ਸੀਲਾਂ ਟੁੱਟੀਆਂ ਪਾਈਆਂ ਗਈਆਂ ਨੇ। ਉਹ ਇਹਨਾਂ ਨੇ ਹੁਣ ਸਾਰੀ ਇੱਕ ਪਲਾਨ ਬਣਾਈ ਆ ਕਿ ਅਸੀਂ ਕਿਵੇਂ ਇੱਕ ਝੂਠ ਦਾ ਪਲੰਦਾ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰੀਏ ਕਿ ਸਾਡੀ ਜਿਹੜੀ ਅਸਤਿਤਵ ਦੀ ਲੜਾਈ ਜਿਹੜੀ ਇਹ ਲੜ ਰਹੇ ਸੀਗੇ, ਜਿਹਦੇ 'ਚ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਪਛਾੜਿਆ। ਇਹ ਸਿਰਫ ਆਪਣੀ ਹੋਂਦ ਬਚਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਦੇ ਆਏ ਔਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਸੇ ਤਰ੍ਹਾਂ ਸਾਰੇ ਅਫਸਰ ਸਾਹਿਬਾਨਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ, ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ, ਚਾਹੇ ਉਹ ਜਿਹੜੇ ਆਰਓ ਨੇ, ਚਾਹੇ ਹੋਰ ਜਿੰਨੇ ਆਫੀਸਰ ਡਿਊਟੀ ਦੇ ਰਹੇ ਸੀਗੇ, ਚਾਹੇ ਕੋਈ ਕਾਂਗਰਸ ਪਾਰਟੀ ਹੈ, ਜਿੰਨੇ ਵੀ ਇਹਨਾਂ ਦੇ ਡਿਪਾਰਟਮੈਂਟਸ ਅਲੱਗ-ਅਲੱਗ ਸੀਗੇ, ਸਾਰਿਆਂ ਦੇ ਖਿਲਾਫ ਇਹ ਬੋਲ ਰਿਹਾ। ਕੀ ਇਹੋ ਸੱਚੇ ਰਹਿ ਗਏ ਨੇ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਹਰੀਸ਼ ਚੰਦਰ ਬਣੇ ਹੋਏ ਨੇ ਸਾਰੇ, ਕਿਹੋ ਸੱਚਾਈ ਦੇ ਉੱਪਰ ਚੱਲਦੇ ਨੇ? ਕਿਸੇ ਵੀ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦਾ ਨਾ ਧੱਕਾ ਹੋਇਆ, ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਗਈ ਆ ਔਰ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਰਿਜੈਕਟ ਨਹੀਂ ਕੀਤੇ ਗਏ। ਇਹਨਾਂ ਦੀਆਂ ਦੋਵਾਂ ਵਾਰਡਾਂ ਦੇ ਵਿੱਚ ਖਾਲੀ ਫਾਈਲਾਂ ਭਰ ਕੇ ਦੇ ਕੇ ਆਏ ਸੀਗੇ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਪਿੰਡ ਪਾੜਾ ਦੇ ਵਿੱਚ 3000 ਦੇ ਕਰੀਬ ਵੋਟਰ ਨੇ, ਉੱਥੋਂ ਇਹਨਾਂ ਨੂੰ ਇੱਕ ਵੀ ਕੈਂਡੀਡੇਟ ਨਹੀਂ ਮਿਲਿਆ। ਇਹਨਾਂ ਨੇ ਨਵੀਂਪੁਰ ਕਲੋਨੀ 'ਚ ਇੱਕ ਕਿਰਾਏਦਾਰ ਯੂਨੀਅਨ ਦੀ ਕੋਈ ਲੇਡੀ ਹੈ, ਉਹਦੀ ਫਾਈਲ ਉਹਨੂੰ ਬਿਨਾਂ ਦੱਸੇ ਭਰ ਕੇ ਉੱਥੇ ਜਮ੍ਹਾਂ ਕਰਾ ਦਿੱਤੀ ਗਈ, ਜਿਹਦੇ 'ਚ ਲਿਖਿਆ ਗਿਆ ਕਿ ਉਹਦਾ ਪ੍ਰਪੋਜ਼ਲ 577 ਨੰਬਰ ਸ਼ਾਇਦ ਉਹ ਬਬਲੀ ਹੈ, ਜਦ ਕਿ ਉਸ ਨੰਬਰ ਦੇ ਉੱਪਰ ਜਸਬੀਰ ਕੌਰ ਦਾ ਨਾਮ ਸੀਗਾ ਸਾਡੇ ਪਾੜੇ ਪਿੰਡ ਦੀ ਵੋਟਰ ਲਿਸਟ ਦੇ ਵਿੱਚ। ਇਹ ਬਿਲਕੁਲ ਆਪਣੀ ਪਹਿਚਾਣ ਬਣਾਏ ਰੱਖਣ ਲਈ ਸਾਰੀ ਇਹ ਗੱਲਬਾਤ ਕਰ ਰਹੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਸੇ ਤਰ੍ਹਾਂ ਬਹੁਤ ਸਾਰੇ ਆਰੋਪ ਇਹਨਾਂ ਨੇ ਲਾਏ ਨੇ ਪੁਲਿਸ ਪ੍ਰਸ਼ਾਸਨ ਤੇ, ਗੁੰਡਾਗਰਦੀ ਦੀ ਗੱਲ ਕਰ ਰਹੇ ਨੇ, ਕਾਂਗਰਸ ਪਾਰਟੀ ਨੇ ਕੀਤੀ ਆ। ਤੁਸੀਂ ਵੋਟਾਂ ਵਾਲੇ ਦਿਨ ਦੇਖਿਆ ਕਿ ਗੁੰਡਾਗਰਦੀ ਕਿੰਨੇ ਕੀਤੀ ਆ, ਕਿਹਦੀਆਂ ਗੱਡੀਆਂ ਦੇ ਵਿੱਚੋਂ ਕਿਰਪਾਨਾਂ, ਹਥਿਆਰ ਔਰ ਕਈ ਤਰ੍ਹਾਂ ਦੇ ਖਤਰਨਾਕ ਹਥਿਆਰ ਜਿਹੜੇ ਪਾਏ ਗਏ। ਉਹਦੇ ਲਈ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਰਹਿੰਦਿਆਂ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਘੇਰ ਕੇ ਪੁਲਿਸ ਥਾਣੇ ਬੌਂਡ ਕੀਤੀਆਂ ਨੇ ਔਰ ਉਸ ਇੱਕ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਉਹਨੂੰ ਕਾਬੂ ਪਾਇਆ ਪੁਲਿਸ ਪ੍ਰਸ਼ਾਸਨ ਨੇ। ਔਰ ਉਦੋਂ ਦੀ ਗੱਲ ਕਰ ਰਿਹਾ ਮੈਂ ਕਿ ਇਹਨਾਂ ਦਾ ਬੇਟਾ ਸਾਬਕਾ ਵਿਧਾਇਕ ਦਾ ਜਦੋਂ ਗੱਡੀਆਂ ਫੜੀਆਂ ਜਾਂਦੀਆਂ ਮਾਲ 'ਚ ਜਾ ਕੇ ਕਹਿੰਦਾ ਕਿ ਸਾਡੀਆਂ ਸਾਰੀਆਂ ਗੱਡੀਆਂ ਵਾਪਸ ਆ ਗਈਆਂ ਨੇ, ਸਾਡੀ ਕੋਈ ਗੱਡੀ ਨਹੀਂ ਫੜੀ ਗਈ। ਅਗਲੇ ਦਿਨ ਖੁਦ ਸਾਬਕਾ ਵਿਧਾਇਕ ਪ੍ਰੈਸ ਕਾਨਫਰੰਸ ਕਰਦੇ ਆ, ਉਹਦੇ 'ਚ ਕਹਿੰਦੇ ਨੇ ਕਿ ਸਾਡੀਆਂ ਗੱਡੀਆਂ ਫੜ ਕੇ ਪਰਚੇ ਦੇ ਦਿੱਤੇ ਗਏ ਨੇ, ਝੂਠੇ ਪਰਚੇ ਦੇ ਦਿੱਤੇ ਗਏ ਨੇ। ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਕਿ ਪਹਿਲਾਂ ਆਪਣੇ ਦੋਵੇਂ ਆਪਣਾ ਬੇਟਾ ਤੇ ਇਹਨਾਂ ਦਾ ਫਾਦਰ ਜਿਹੜੇ ਨੇ ਬੈਠ ਕੇ ਸਲਾਹ ਕਰ ਲੈਣ ਕਿ ਇਹਨਾਂ ਨੇ ਬਿਆਨ ਕੀ ਦੇਣਾ। ਉਸ ਤੋਂ ਇਲਾਵਾ ਅਫਸੋਸ ਦੀ ਗੱਲ ਕਰ ਰਹੇ ਨੇ ਕਿ ਸਾਡੇ ਜਿੰਨੇ ਵੋਟਾਂ ਨਿਕਲੀਆਂ ਉਹਦੇ ਤੋਂ ਵੱਧ ਲੋਕ ਅਫਸੋਸ ਕਰਨ ਵਾਸਤੇ ਆਏ ਆ। ਬਿਲਕੁਲ ਇਹ ਸੁਭਾਵਕ ਆ, ਇਹ ਸੰਸਾਰ ਦੇ ਵਿੱਚ ਇੱਕ ਨਿਯਮ ਆ। ਚਾਹੇ ਕਿਸੇ ਦੁਸ਼ਮਣ ਦੇ ਘਰ ਵੀ ਮਾੜੀ ਘਟਨਾ ਵਾਪਰ ਜਾਏ ਤੇ ਉੱਥੇ ਜਿਹੜੇ ਦੁਸ਼ਮਣ ਹੁੰਦੇ ਆ ਉਹ ਵੀ ਜਾਂਦੇ ਅਫਸੋਸ ਕਰਨ ਵਾਸਤੇ। ਇਸ ਸਮਾਜ ਦੇ ਵਿੱਚ ਤੁਸੀਂ ਵੇਖਿਆ ਹੋਏਗਾ, ਕਿਸੇ ਦੇ ਘਰ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਚਾਹੇ ਕਿਸੇ ਦੇ ਘਰ ਮੌਤ ਹੋ ਜਾਂਦੀ ਆ, ਉੱਥੇ ਅਫਸੋਸ ਕਰਨ ਲਈ ਉਹ ਲੋਕ ਵੀ ਜਾਂਦੇ ਆ ਜਿਨ੍ਹਾਂ ਦਾ ਉਹਨਾਂ ਦੇ ਨਾਲ ਖੂਨ ਬੋਲਣ ਵੀ ਨਹੀਂ ਹੁੰਦਾ। ਇਸ ਕਰਕੇ ਇਹ ਲੋਕਾਂ ਦਾ ਜ਼ਿਆਦਾ ਅਗਰ ਅਫਸੋਸ ਕਰਨ ਆ ਰਿਹਾ ਤੇ ਮੈਂ ਸਮਝਦਾ ਕਿ ਉਹ ਸਮਾਜ ਦਾ ਇੱਕ ਅੰਗ ਆ, ਇਹਨਾਂ ਨੂੰ ਸਮਝਣ ਦੀ ਲੋੜ ਆ ਉਹ। ਇਸ ਕਰਕੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇੱਕ ਗੱਲ ਕੀਤੀ ਹੈ ਨਾ ਕਿ ਇੰਟੈਲੀਜੈਂਸ ਰਿਪੋਰਟ ਦੀ। ਇੰਟੈਲੀਜੈਂਸ ਰਿਪੋਰਟ ਇਹ ਜਨਤਕ ਕਰਨ ਕਿ ਜਿਹਦੇ ਵਿੱਚ ਇਹਨਾਂ ਨੂੰ 10 ਤੋਂ 12 ਸੀਟਾਂ ਦਿੱਤੀਆਂ ਜਾ ਰਹੀਆਂ ਸੀਗੀਆਂ, ਨਾ ਤੇ ਕੋਈ ਇਹੋ ਜਿਹੀ ਇੰਟੈਲੀਜੈਂਸ ਰਿਪੋਰਟ ਜਾਰੀ ਹੁੰਦੀ ਆ। ਇਹ ਬਿਲਕੁਲ ਲੋਕਾਂ ਨੂੰ ਉਹ ਵੀ ਗੁੰਮਰਾਹ ਕਰ ਰਹੇ ਨੇ। ਇਸੇ ਤਰ੍ਹਾਂ ਅਸੀਂ ਆਪਣੇ ਰਾਊਂਡ ਸੀਗਾ ਜਿਹੜਾ, ਉਸ ਤੋਂ ਇਲਾਵਾ ਅੰਦਰ ਨਹੀਂ ਗਏ। ਸਾਡੇ ਪਰਿਵਾਰ ਚੋਂ ਕੋਈ ਵੀ, ਸਾਡਾ ਪਹਿਲਾ ਰਾਊਂਡ ਸੀਗਾ ਉਹਦੇ 'ਚ ਅਸੀਂ ਗਏ ਅੰਦਰ 2 ਨੰਬਰ ਵਾਰਡ ਦੇ ਵਿੱਚ। ਉਸ ਤੋਂ ਬਾਅਦ ਅਸੀਂ ਬਾਹਰ ਰਹੇ ਹਾਂ ਔਰ ਸਾਰੇ ਪੱਤਰਕਾਰ ਭਾਈਚਾਰਾ ਉੱਥੇ ਸੀਗਾ। ਇਹਨਾਂ ਨੇ ਦੇਖਿਆ ਕਿ ਅਸੀਂ ਜਾਂ ਸਾਡੇ ਪਰਿਵਾਰ ਚੋਂ ਕੋਈ ਵੀ ਬੰਦਾ ਇੱਕ ਵਾਰੀ ਵੀ ਮਸ਼ੀਨਾਂ ਜਿੱਥੇ ਕਾਊਂਟਿੰਗ ਚੱਲ ਰਹੀ ਸੀ ਉਸ ਰੂਮ ਵਿੱਚ ਅਸੀਂ ਨਹੀਂ ਗਏ। ਇਸੇ ਤਰ੍ਹਾਂ ਇਹਨਾਂ ਨੇ
ਪ੍ਰੈਸ ਕਾਨਫਰੰਸ ਦੇ ਵਿੱਚ ਹੀ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਕੈਂਡੀਡੇਟਾਂ ਦਾ ਨਾਮ ਲੈ ਕੇ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੁਹਾਡੀ ਵਾਰਡ ਨੰਬਰ ਕਿੰਨੀ ਸੀਗੀ।